वेलकम टू दिस एपिसोड ऑफ द हरप्रीत सिंह शो। थोड़ा मेरा साथ होंदा है मंडे टू फ्राइडे सवेरे 7 ਤੋਂ ਲੈ ਕੇ 8 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ 2 ਵਾਰੀ ਸਾਂਝ ਪਾਉਂਦੇ ਹਾਂ ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਜਿੱਥੇ ਅਸੀਂ ਤੁਹਾਡੇ ਨਾਲ ਪੋਲਿਟਿਕਸ, ਇਕਨੋਮਿਕਸ, ਸਪੋਰਟਸ, ਲਾਈਫਸਟਾਈਲ, ਹੈਲਥ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ ਤੇ ਨਾਲ ਸਪਿਰਿਚੁਅਲਿਟੀ ਦੇ ਉੱਤੇ ਵੀ ਫੋਕਸ ਕਰਦੇ ਹਾਂ, ਤੁਹਾਡੇ ਤੱਕ ਉਹ ਇਨਫੋਰਮੇਸ਼ਨ ਪਹੁੰਚੇ ਜਿਹੜੀ ਕਿ ਤੁਹਾਡੇ ਵਾਸਤੇ ਲਾਹੇਵੰਦ ਹੋਵੇ। ਉਸੇ ਨੂੰ ਮੁੱਖ ਰੱਖਦੇ ਹੋਏ ਅੱਜ ਤੁਹਾਡੀ ਮੁਲਾਕਾਤ ਕਰਾਂਗੇ ਸੋਨੀਆ ਵਿਰਕ ਨਾਲ, ਇੱਕ ਨਾਮਵਰ ਲਾਇਰ ਨੇ, ਅਤੇ ਇਹ ਸਾਡੇ ਨਾਲ ਗੱਲਬਾਤ ਕਰਨਗੇ ਕਿ ਵਿਲਸ ਦੀ ਕੀ ਮਹੱਤਤਾ ਹੈ, ਵਸੀਅਤ ਕਿਉਂ ਬਣਾਉਣੀ ਜ਼ਰੂਰੀ ਹੈ, ਜੇਕਰ ਵਸੀਅਤ ਨਹੀਂ ਬਣਦੀ ਤਾਂ ਉਸ ਦਾ ਕੀ ਨੁਕਸਾਨ ਹੋ ਸਕਦਾ ਹੈ। ਆਓ ਇसी संबंध में जानकारी लेने हैं सोनिया विरक तो। जी हाँ जी, वेलकम टू द प्रोग्राम। थैंक यू हरप्रीत। थैंक यू। सोनिया, लिटिल बिट अबाउट योरसेल्फ, थोड़ा दसो कि तुसी वकालत ਵਿੱਚ ਕਿੰਨੇ ਸਾਲ ਹੋ ਗਏ ਤੁਹਾਨੂੰ ਤੇ ਕਿਹੜੀ ਫੀਲਡ ਵਿੱਚ ਤੁਸੀਂ ਐਕਸਪਰਟੀਜ਼ ਹੈਗੀ ਤੁਹਾਡੀ? ਹਰਪ੍ਰੀਤ, ਮੈਨੂੰ 2005 ਚ ਵਕੀਲ ਬਣ ਗਈ ਸੀ ਮੈਂ ਕੈਨੇਡਾ ਚ ਇੱਥੇ। ਸੋ ਮੇਰੀ ਮੇਨ ਏਰੀਆਜ਼ ਜਿਹੜੇ ਪ੍ਰੈਕਟਿਸ ਦੇ ਹੈਗੇ ਆ ਉਹ ਹੈਗੇ ਆ ਕੋਰਪੋਰੇਟ ਕਮਰਸ਼ੀਅਲ ਰੀਅਲ ਏਸਟੇਟ, business law, technically companies, incorporation, reorganization, maintaining companies, wills and estates, litigation, the personal injury matters. Okay. ਹੁਣ ਇਹ ਜਿਹੜੇ ਤੁਸੀਂ ਫੀਲਡਸ ਦੱਸੇ ਨੇ, ਇਹ ਕੀ ਜਿਹੜਾ ਵੀ ਵਕੀਲ ਹੁੰਦਾ ਹੈ ਆਪ ਸਿਲੈਕਟ ਕਰਦਾ ਹੈ ਤੇ ਫਿਰ ਜਦੋਂ ਤੁਹਾਡੇ ਕੋਲ ਡਿਗਰੀ ਆ ਗਈ ਉਸ ਤੋਂ ਬਾਅਦ ਕੀ ਤੁਹਾਨੂੰ ਕੋਈ ਸਪੈਸ਼ਲ ਕੋਰਸਸ ਕਰਨੇ ਪੈਂਦੇ ਨੇ ਐਕਸਪਰਟ ਬਣਨ ਲਈ? ਨਹੀਂ ਜੀ, ਜਦੋਂ ਇੱਥੇ ਅਸੀਂ ਵਕੀਲ ਬਣੀਦਾ ਆ ਤਾਂ 1 ਸਾਲ ਸਾਨੂੰ ਆਰਟੀਕਲਿੰਗ ਕਰਨੀ ਪੈਂਦੀ ਆ। ਸੋ ਜ਼ਿਆਦਾਤਰ ਜਿਹੜੇ ਵਕੀਲ ਹੁੰਦੇ ਆ ਉਸ ਏਰੀਆ 'ਚ ਫਾਲ ਹੋ ਜਾਂਦੇ ਜਿਨ੍ਹਾਂ 'ਚ ਉਹਨਾਂ ਨੇ ਆਰਟੀਕਲਿੰਗ ਕੀਤੀ ਹੋਵੇ, ਜਿਸ ਟ੍ਰੇਨਿੰਗ ਲਈ ਹੋਵੇ। ਸੋ ਮੇਰਾ ਐਕਸਪੀਰੀਅੰਸ ਇਹ ਵਾਲੀਆਂ ਫੀਲਡਸ ਵਿੱਚ ਸੀਗਾ। ਸੋ ਜਦੋਂ ਤੁਸੀਂ ਲਾਅ ਸਕੂਲ 'ਚ ਹੁੰਦੇ ਆ ਤੁਸੀਂ ਸਬਜੈਕਟਸ ਪਿਕ ਕਰ ਸਕਦੇ ਆ ਜਿਨ੍ਹਾਂ 'ਚ ਤੁਸੀਂ ਸਪੈਸ਼ਲਾਈਜ਼ ਕਰਨਾ ਚਾਹੁੰਦੇ ਆ, ਜਿਹਦੇ 'ਚ ਤੁਸੀਂ ਇੰਟਰਸਟ ਹੈਗਾ ਤੁਹਾਡਾ। ਜਿੱਦਾਂ ਜਿਹੜਾ ਵੀ ਕੋਈ ਲਾਅ ਸਕੂਲ ਜਾਣਾ ਚਾਹੁੰਦਾ ਆ ਪਹਿਲਾਂ ਸਾਰੇ ਕ੍ਰਿਮੀਨਲ ਲਾਇਰ ਬਣਨਾ ਚਾਹੁੰਦੇ ਆ, ਪਰ ਜਦ ਤੱਕ ਤੁਸੀਂ ਲਾਅ ਸਕੂਲ ਜਾਂਦੇ ਆ ਤੁਹਾਨੂੰ ਥੋੜ੍ਹੀ ਜਿਹੀ ਅਕਲ ਆਉਂਦੀ ਆ, ਦੈਨ ਯੂ ਨੋ ਕਿ ਉਹ ਸਾਰਿਆਂ ਲਈ ਬੈਨੀਫਿਸ਼ੀਅਲ ਫੀਲਡ ਨਹੀਂ ਹੈਗਾ, ਤੁਹਾਡੀ ਆਪਣੀ ਸਕਿੱਲ ਲੈਵਲ ਕਿਸੇ ਹੋਰ 'ਚ ਹੋ ਸਕਦਾ ਆ। ਹਾਂਜੀ, ਤਾਂ ਉਸ ਸਮੇਂ ਜਦੋਂ ਤੁਸੀਂ ਆਰਟੀਕਲਿੰਗ ਕਰਦੇ ਆ ਉਸ ਹਿਸਾਬ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਹੈ। ਕਈ ਫੀਲਡਸ ਮੈਂ ਕੀਤੀਆਂ ਜਿਹੜੀਆਂ ਮੈਨੂੰ ਪਸੰਦ ਨਹੀਂ ਆਈਆਂ ਤਾਂ ਮੈਂ ਉਹ ਦੁਬਾਰਾ ਨਹੀਂ ਕਰਦੀ। ਰਾਈਟ। ਵਿਲਸ ਦੇ ਬਾਰੇ ਜਿਹੜੀ ਅਸੀਂ ਗੱਲ ਕਰਦੇ ਵਸੀਅਤ ਦੀ ਇਹਨਾਂ ਮੁਲਕਾਂ 'ਚ ਬਹੁਤ ਜ਼ਿਆਦਾ ਅਹਿਮੀਅਤ ਕਹੀ ਜਾਂਦੀ ਹੈ, ਕਿਉਂ ਤੁਸੀਂ ਸਮਝਦੇ ਹੋ ਐਜ਼ ਅ ਲਾਇਰ ਕਿ ਇਹ ਵਿਲ ਬਣਾਉਣੀ ਬਹੁਤ ਜ਼ਰੂਰੀ ਹੈਗੀ? ਹਰਪ੍ਰੀਤ, ਵਿਲ ਹਰੇਕ ਨੂੰ ਬਣਾਉਣੀ ਚਾਹੀਦੀ ਹੈ, ਰਾਈਟ। ਜਦੋਂ ਸਾਡੇ ਕੋਲ ਕਲਾਇੰਟਸ ਆਉਂਦੇ ਆ ਤਾਂ ਮੈਂ ਉਹਨਾਂ ਨੂੰ ਕੋਲ ਫੋਨ 'ਚ ਨਹੀਂ ਇੰਸਟਰਕਸ਼ਨਸ ਲੈਂਦੀ, ਮੈਂ ਉਹਨਾਂ ਨੂੰ ਮਿਲ ਕੇ, ਕਿਉਂਕਿ ਮੈਂ ਦੇਖਣਾ ਚਾਹੁੰਦੀ ਹਾਂ ਕਿ ਉਹਨਾਂ ਨੂੰ ਐਕਚੁਅਲੀ ਕਿੱਦਾਂ ਦੀ ਵਿਲ ਦੀ ਜ਼ਰੂਰਤ ਹੈਗੀ ਆ। ਮੋਰਓਵਰ ਅਸੀਂ ਜਦੋਂ ਸਪਾਊਸਿਸ ਆਉਂਦੇ ਆ ਇਕੱਠੇ, ਹਸਬੈਂਡ ਐਂਡ ਵਾਈਫਸ ਇਕੱਠੇ ਆਉਂਦੇ ਆ ਔਰ ਕਾਫੀ ਸਾਨੂੰ ਕਹਿੰਦੇ ਕਿ ਸਾਡਾ ਸਾਰਾ ਕੁਝ ਸਾਂਝਾ ਆ, ਸਾਨੂੰ ਜ਼ਰੂਰਤ ਨਹੀਂ ਹੈਗੀ ਵਿਲ ਦੀ। ਪਰ ਤੁਸੀਂ ਸਾਰੀ ਉਮਰ ਤਾਂ ਇਕੱਠੇ ਨਹੀਂ ਰਹਿਣਾ, ਇੱਕ ਨੇ ਪਹਿਲੋਂ ਜਾ ਸਕਦਾ ਦੂਸਰਾ ਬਾਅਦ 'ਚ ਜਾ ਸਕਦਾ ਆ। ਸੋ ਤੁਸੀਂ ਉਹ ਏਰੀਆ ਵੀ ਕਵਰ ਕਰਨਾ ਆ। ਦੂਸਰੀ ਜੇ ਸਾਂਝਾ ਹੈਗਾ, ਮੇਕ ਸ਼ੋਰ ਕਰਨਾ ਕਿ ਉਹ ਰਜਿਸਟਰਡ ਪ੍ਰੋਪਰਲੀ ਹੈਗਾ ਆ, ਰਾਈਟ। ਸਿਨੈਰੀਓਜ਼ ਹੁੰਦੇ ਆ, ਸੋ ਵੀ ਕਵਰ ਦੋਸ ਟੂ ਉਸ ਟਾਈਮ 'ਤੇ ਕਿ ਤੁਹਾਡੀ ਪ੍ਰੋਪਰਟੀ ਹੈਗੀ ਆ ਉਹ ਰਜਿਸਟਰ ਕਿੱਦਾਂ ਹੋਈ ਪਈ ਹੈ, ਕਿ ਇੱਕ ਦੇ ਨਾਮ ਤਾਂ ਨਹੀਂ ਆ, ਟੈਨੈਂਟਸ ਇਨ ਕਾਮਨ ਤਾਂ ਨਹੀਂ ਹੈਗੀ। ਜੇ ਜੁਆਇੰਟ ਟੈਨੈਂਟਸ ਹੈ ਤਾਂ ਵਿਲ ਦੇ ਬਾਹਰ ਪਾਸ ਆਨ ਹੋ ਜਾਣੀ ਹੈ। ਸਪਾਊਸਿਸ ਵਿੱਚ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਵਿਲ ਦੇ ਥਰੂ ਨਾ ਜਾਣਾ ਪਵੇ, ਕਿਉਂਕਿ ਜਦੋਂ ਵਿਲ ਦੇ ਥਰੂ ਜਾਣਾ ਆ ਤੁਸੀਂ ਪ੍ਰੋਬੇਟ ਫੀਸ ਦੇਣੀ ਆ, ਤੁਸੀਂ ਲਾਇਰ ਨੂੰ ਖਰਚਾ ਦੇਣਾ ਆ ਕਿਸੇ ਦੀ ਡੈਥ ਤੋਂ ਬਾਅਦ ਕਿ ਉਹ ਪ੍ਰੋਬੇਟ ਕਰਨ, ਐਂਡ ਉਸ ਹਿਸਾਬ ਦੇ ਨਾਲ ਵੀ ਟਰਾਈ ਟੂ ਅਵੋਇਡ ਪ੍ਰੋਬੇਟ। ਪਰ ਵਸੀਅਤ ਸਾਰਿਆਂ ਨੂੰ ਕਰਨੀ ਚਾਹੀਦੀ ਆ ਤਾਂ ਜੋ ਤੁਹਾਡੀ ਜਿਹੜੀ ਪ੍ਰੋਪਰਟੀ ਤੁਸੀਂ ਜਾਇਦਾਦ ਬਣਾਈ ਆ ਉਹਨਾਂ ਨੂੰ ਮਿਲੇ ਜਿਨ੍ਹਾਂ ਨੂੰ ਤੁਸੀਂ ਦੇਣਾ ਚਾਹੁੰਦੇ ਆ। ਜੇ ਤੁਹਾਡੇ ਕੋਲ ਨਹੀਂ ਹੈਗੀ ਵਸੀਅਤ, ਕਾਨੂੰਨ ਹੈਗਾ ਆ ਕਿ ਕਿੱਦਾਂ ਜਾਣੀ ਹੈ ਤੁਹਾਡੀ ਵਿਲ, ਟ੍ਰਾਂਸਫਰ ਕਿੱਦਾਂ ਹੋਣੀ ਹੈ। ਸਮਾਂ ਲੱਗ ਜਾਂਦਾ ਹੈ ਐਂਡ ਪ੍ਰੋਬੇਟ ਐਂਡ ਹੋਰ ਕਾਫੀ ਕੁਝ ਆ ਜਾਂਦਾ। ਪ੍ਰੋਬੇਟ ਤੁਹਾਨੂੰ ਰਿਗਾਰਡਲੈਸ ਕਰਨਾ ਪੈਂਦਾ ਹੈ। ਸੋ ਉਹ ਮਿਸਕਨਸੈਪਸ਼ਨ ਹੈ ਕਿ ਸੋ ਇਹ ਪ੍ਰੋਬੇਟ ਹੁੰਦਾ ਕੀ ਹੈ ਜੀ? ਥੋੜਾ ਜਿਹਾ ਇਹਨੂੰ ਮੈਨੂੰ, ਕਿਉਂਕਿ ਇਹਦੇ ਬਾਰੇ ਵੀ ਮੈਂ ਚਾਹਾਂਗਾ ਕਿਸ ਦਿਨ ਵਿਸਥਾਰ ਵਿੱਚ ਦੀ ਗੱਲ ਕਰੀਏ, ਬਟ ਜਸਟ ਬਰੀਫਲੀ ਇਹ ਪ੍ਰੋਬੇਟ ਹੁੰਦਾ ਕੀ ਹੈ ਜੀ? ਜਦੋਂ ਕਿਸੇ ਦੀ ਮੌਤ ਹੁੰਦੀ ਹੈ ਉਹਦੀ ਜਿਹੜੀ ਜਾਇਦਾਦ ਹੈਗੀ ਆ ਉਹ ਟ੍ਰਾਂਸਫਰ ਹੋਣੀ ਹੈ, ਰਾਈਟ। ਉਸ ਤੋਂ ਪਹਿਲਾਂ ਕੋਰਟ ਵਿੱਚ ਅਸੀਂ ਐਪਲੀਕੇਸ਼ਨ ਕਰਨੀ ਆ ਕਿ ਇਸ ਇਨਸਾਨ ਦੇ ਇੰਨੇ ਬੱਚੇ ਸੀਗੇ, ਇੰਨੀ ਆ ਵਾਈਫ ਸੀਗੀ, ਕਿਸੇ ਨੇ ਐਪਲੀਕੇਸ਼ਨ ਕਰਨੀ ਕਿ ਮੈਨੂੰ ਐਗਜ਼ੈਕਟਰ ਬਣਾਇਆ ਜਾਵੇ। ਜੇ ਤਾਂ ਵਸੀਅਤ ਹੈਗੀ ਆ ਉਹਦੇ ਨਾਲ ਹੋਣੀ ਆ ਪ੍ਰੋਬੇਟ, ਉਹਦੇ ਅਕੋਰਡਿੰਗਲੀ ਹੋਣੀ ਆ। ਜੇ ਵਸੀਅਤ ਨਹੀਂ ਹੈਗੀ ਤਾਂ ਫਿਰ ਜਿਹੜਾ ਲਾਅ ਉਹਦੇ ਅਕੋਰਡਿੰਗਲੀ ਹੋਣਾ ਸਿਮਿਲਰ ਚੀਜ਼ ਹੈ, ਪਰ ਥੋੜਾ ਜਿਹਾ ਪ੍ਰੋਸੀਜਰ ਡਿਫਰੈਂਟ ਹੋ ਜਾਂਦਾ ਆ। ਸੋ ਜਿਹੜਾ ਕਹਿੰਦੇ ਆ ਕਿ ਵਿਲ ਕਰਕੇ ਉਹ ਅਸੀਂ ਅਵੋਇਡ ਕਰ ਸਕਦੇ ਆ, ਉਹ ਨਹੀਂ ਹੈ। ਪ੍ਰੋਬੇਟ ਅਵੋਇਡ ਕਰਨ ਦੇ ਤਰੀਕੇ ਹੈਗੇ ਆ, ਪਰ ਸਾਡੀ ਪ੍ਰੋਪਰਟੀ ਰਜਿਸਟ੍ਰੇਸ਼ਨ ਲਾਈਫ ਟਾਈਮ 'ਚ ਟ੍ਰਾਂਸਫਰ ਕਰ ਦਿਓ, ਟਰਸਟ ਬਣਾ ਦਿਓ, ਉਹ ਸਾਰੇ ਤਰੀਕੇ ਹੈਗੇ ਆ। ਵੀ ਵਰਕ ਵਿਦ ਦੋਸ ਟੂ। ਪਰ ਜਿਹੜੀ ਮੌਤ ਤੋਂ ਬਾਅਦ ਤੁਹਾਨੂੰ ਜਾਂ ਜੇ ਪ੍ਰੋਪਰਟੀ ਡਿਪੈਂਡ ਕਰਦਾ ਕਿਹੜੀ ਹੈਗੀ, ਜੇ ਰੀਅਲ ਐਸੈਟਸ ਹੈਗੇ ਆ, ਲੈਂਡ ਪ੍ਰੋਪਰਟੀ, ਉਹ ਤਾਂ ਕਰਨੀ ਪੈਣੀ ਆ। 25,000 ਤੋਂ ਥੱਲੇ ਤੁਹਾਡੇ ਬੈਂਕ 'ਚ ਪਏ ਆ ਫਿਰ ਜ਼ਰੂਰਤ ਨਹੀਂ ਹੈਗੀ ਪ੍ਰੋਬੇਟ ਦੀ। ਓਕੇ, ਬਟ ਇਟ ਬਿਕਮਸ ਈਜ਼ੀਅਰ। ਤੁਹਾਡਾ ਇਹ ਕਹਿਣਾ ਹੈਗਾ ਕਿ ਜੇਕਰ ਵਿਲ ਹੋਵੇ ਤਾਂ ਉਹਦੇ ਨਾਲ ਇਹ ਸਾਰਾ ਪ੍ਰੋਸੈਸ ਤੁਹਾਡੀ ਮਰਜ਼ੀ ਦੇ ਨਾਲ ਜਾਊਗੀ, ਉਸ ਹਿਸਾਬ ਨਾਲ ਜਾਂਦਾ। ਮੋਰਓਵਰ ਜਿੱਦਾਂ ਕਾਨੂੰਨ ਹੈ
ਕਿਉਂਕਿ ਕੈਨੇਡਾ ਦੀ ਜਿਹੜੀ ਸੋਸਾਇਟੀ ਹੈ ਬਹੁਤ ਇੰਡੀਵਿਜੂਅਲਿਸਟਿਕ ਸੋਸਾਇਟੀ ਹੈ। ਸੋ ਇੱਥੇ ਫੈਮਿਲੀ ਸਿਰਫ ਤੁਹਾਡੇ ਸਪਾਊਸ ਔਰ ਤੁਹਾਡੇ ਬੱਚਿਆਂ ਨੂੰ ਮੰਨਿਆ ਜਾਂਦਾ, ਤੁਹਾਡੇ ਪੇਰੈਂਟਸ ਭੈਣ ਭਰਾ ਆਰ ਆਊਟਸਾਈਡਰਸ। ਜੇ ਤੁਸੀਂ ਉਹਨਾਂ ਚੋਂ ਕਿਸੇ ਨੂੰ ਵੀ ਦੇਣਾ ਆ ਤੁਹਾਨੂੰ ਵਿਲ 'ਚ ਲਿਖਣਾ ਪੈਣਾ ਆ, ਵਿਦਆਊਟ ਵਿਲ ਤੁਹਾਡੇ ਸਪਾਊਸ ਔਰ ਬੱਚਿਆਂ ਨੂੰ ਹੀ ਜਾਣਾ ਆ। ਠੀਕ, ਉਹ ਫਿਰ ਉਹਨਾਂ ਤੇ ਡਿਪੈਂਡ ਕਰੇਗਾ whether they want to give or not। ਦੂਸਰੀ ਗੱਲ ਜਿਹੜੀ ਬਹੁਤ ਆਪਣੀ ਕਮਿਊਨਿਟੀ 'ਚ ਵੱਡੀ ਪ੍ਰੋਬਲਮ ਹੈ, ਕਾਫੀ ਲੋਕਾਂ ਨੇ ਬੱਚੇ ਅਡਾਪਟ ਕੀਤੇ ਹੋਏ ਆ ਕੈਨੇਡਾ ਲਿਆਉਣ ਨੂੰ। ਕੈਨੇਡੀਅਨ ਕਲਚਰ 'ਚ they don't discriminate ਬਾਇਓਲੋਜੀਕਲ ਚਾਈਲਡ ਜਾਂ ਅਡਾਪਟਡ ਚਾਈਲਡ ਵਿੱਚ। ਉਸ ਅਡਾਪਟਡ ਬੱਚੇ ਦਾ ਹੱਕ ਹੈਗਾ ਆ, ਰਾਈਟ। ਸੋ ਤੁਸੀਂ ਵਿਲ ਨਹੀਂ ਬਣਾਈ ਤਾਂ ਹੱਕ ਹੈਗਾ ਆ, ਵਿਲ ਬਣਾਈ ਵੀ ਫਿਰ ਵੀ ਤਦ ਵੀ ਹੋ ਜਾਂਦਾ, ਪਰ ਉਹਦੇ ਚ ਅਗੇਨ ਤੁਹਾਡੀ ਵਿਲ ਤੁਹਾਡੀ ਵਿਸ਼ੇਸ ਦੇ ਅਨੁਸਾਰ ਜਿਹੜਾ ਹੈਗਾ ਸਾਰਾ ਕੰਮ ਹੁੰਦਾ। ਅੱਛਾ, ਹੁਣ ਇੱਕ ਗੱਲ ਆਉਂਦੀ ਹੈ ਕਿ ਅੱਜ ਕੱਲ ਇੰਟਰਨੈਟ ਦਾ ਯੁੱਗ ਹੈਗਾ, ਇੰਟਰਨੈਟ ਤੇ ਤੁਸੀਂ ਜਾਣਦੇ ਹੋ ਤੇ ਉੱਥੇ ਵੀ ਤੁਸੀਂ ਨਾ ਬਣੀਆਂ ਬਣਾਈਆਂ ਵਿਲਸ ਜਿਹੜੀਆਂ ਨੇ ਜੀ ਉਹ ਤੁਹਾਨੂੰ ਮਿਲ ਜਾਂਦੀਆਂ। ਵਾਈ ਡੂ ਯੂ ਥਿੰਕ ਉਹ ਜਿਹੜੀ ਚੀਜ਼ ਹੈਗੀ ਹੈ ਇਜ਼ ਇਟ ਬੈਨੀਫੀਸ਼ੀਅਲ ਜਾਂ ਕਿਸੇ ਵਕੀਲ ਜਾਂ ਕਿਸੇ ਨੋਟਰੀ ਪਬਲਿਕ ਕੋਲ ਜਾ ਕੇ ਹੀ ਵਿਲ ਬਣਾਉਣੀ ਚਾਹੀਦੀ ਹੈ? ਵਿਲ ਮੇਰੇ ਹਿਸਾਬ ਨਾਲ ਤੁਸੀਂ ਬਾਇਸ ਵੀ ਕਹਿ ਸਕਦੇ ਹੋ ਓਪੀਨੀਅਨ, ਵਕੀਲ ਕੋਲ ਜਾ ਕੇ ਬਣਾਉਣੀ ਚਾਹੀਦੀ ਹੈ ਤੁਹਾਨੂੰ, ਕਿਉਂਕਿ ਜਿਹੜੀ ਇੰਟਰਨੈਟ 'ਤੇ ਤੁਹਾਨੂੰ ਮਿਲਦੀ ਆ ਤੁਸੀਂ ਬਲੈਂਕ ਭਰਦੇ ਰਹਿੰਦੇ ਆ, ਤੁਸੀਂ ਕੁਛ ਐਸਾ ਗਲਤ ਕਰ ਜਾਓਗੇ ਡਰਾਫਟਿੰਗ ਵਿੱਚ ਜਿਹੜਾ ਤੁਹਾਡੀ ਇੰਟੈਂਸ਼ਨ ਨਹੀਂ ਜਾਊਗੀ ਜਿਸ ਹਿਸਾਬ ਨਾਲ ਤੁਸੀਂ ਬਣਾਈ ਸੀਗੀ ਉਸ ਹਿਸਾਬ ਨਾਲ ਇਨਫੋਰਸ ਨਹੀਂ ਹੋਣੀ। ਔਰ ਜਿੱਦਾਂ ਹੁਣ ਤੁਸੀਂ ਐਕਸਕਲੂਡ ਕਰਤਾ ਕਿਸੇ ਬੱਚੇ ਨੂੰ, ਉਹਨੂੰ ਤਾਂ ਬਹੁਤ ਈਜ਼ੀ ਹੋ ਜਾਣਾ ਵਿਲ ਚੈਲੰਜ ਕਰਨਾ। ਵਿਲਸ ਵੇਰੀਏਸ਼ਨ ਐਕਟ ਦੇ ਅੰਡਰ ਸਪਾਊਸ ਤੇ ਬੱਚੇ ਤੁਹਾਡੀ ਵਿਲ ਚੈਲੰਜ ਕਰ ਸਕਦੇ ਆ। ਤੁਸੀਂ ਉਹਨਾਂ ਨੂੰ ਨਹੀਂ ਦਿੱਤਾ, ਕਿਉਂਕਿ ਕਾਫੀ ਸਾਡੇ ਕਲਾਇੰਟਸ ਆਉਂਦੇ ਆ ਕਿ ਉਹ ਤਾਂ ਅਸੀਂ ਉੱਦਾਂ ਹੀ ਮੰਗਾਇਆ ਸੀਗਾ ਤਾਂ ਹੁਣ ਅਸੀਂ ਉਹਨਾਂ ਨੂੰ ਦੇਣਾ ਨਹੀਂ ਹੈਗਾ, ਉਹ ਚੈਲੰਜ ਕਰ ਸਕਦੇ ਆ। ਸੋ ਜਦੋਂ ਤੁਸੀਂ ਸਾਡੇ ਕੋਲ ਆਉਂਦੇ ਆ, ਇੱਕ ਤਾਂ ਅਸੀਂ ਤੁਹਾਨੂੰ ਸੁਜੈਸ਼ਨਸ ਦੇ ਦੀਆਂ ਕਿ ਕਿਹੜੀ ਏਜ 'ਤੇ ਦਿਓ, ਕਿ ਤੁਸੀਂ ਇਹ ਵੀ ਪ੍ਰੋਟੈਕਟ ਕਰਨਾ ਕਿ ਗਾਂ ਤੁਹਾਡੇ ਬੱਚੇ ਦੇ ਸਪਾਊਸ ਨੂੰ ਨਾ ਪ੍ਰਾਪਰਟੀ ਜਾਵੇ, ਰਾਈਟ, ਕਿ ਉਹਨਾਂ ਦੇ ਬੱਚਿਆਂ ਨੂੰ ਜਾਵੇ, ਜਾਂ ਟਰਸਟ ਕ੍ਰੀਏਟ ਕਰਨੇ ਹੈਗੇ ਆ। ਜੇ ਤੁਸੀਂ ਕਿਸੇ ਨੂੰ ਐਕਸਕਲੂਡ ਕਰ ਰਹੇ ਆ, ਅਸੀਂ ਤੁਹਾਡੇ ਤੋਂ ਰੀਜ਼ਨਸ ਪੁੱਛੀਦੇ, ਤੁਹਾਡੀ ਵਿਲਸ ਵੇਰੀਏਸ਼ਨ ਸਟੇਟਮੈਂਟ ਬਣਾ ਸਕਦੇ ਆ ਕਿ ਫਿਊਚਰ 'ਚ ਯੂਜ਼ ਹੋ ਸਕਦੀ ਆ। ਸੋ ਉਹ ਜਿਹੜੀ ਐਡੀਸ਼ਨਲ ਐਡਵਾਈਸ ਹੈ ਓਬਵੀਅਸਲੀ ਯੂ ਪੇ ਫॉर ਇਟ। ਵੈਲ ਬਟ ਦੈਨ ਯੂ ਗੈਟ ਦੈਟ ਬੈਨੀਫਿਟ ਆਲਸੋ। ਕੰਪਲੈਕਸਿਟੀਜ਼ ਜਿਹੜੀਆਂ ਨੇ ਉਹ ਇੱਕ ਆਮ ਬੰਦੇ ਨੂੰ, ਲੇਮੈਨ ਨੂੰ ਇੰਟਰਨੈਟ ਤੋਂ ਨਹੀਂ ਪਤਾ ਚੱਲਦਾ। ਇਹਦੇ ਬਾਰੇ ਹੋਰ ਗੱਲਬਾਤ ਕਰਨੀ ਜੀ ਕਿ ਵਿਲਸ ਦੇ ਸੰਬੰਧ ਵਿੱਚ ਹੋਰ ਕੀ ਸਾਡੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਇਸ ਬ੍ਰੇਕ ਤੋਂ ਬਾਅਦ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਵਸੀਤਾ ਯਾਨੀ ਕਿ ਵਿਲਸ ਦੇ ਸੰਬੰਧ ਵਿੱਚ ਸਾਨੂੰ ਜਾਣਕਾਰੀ ਦੇ ਰਹੇ ਨੇ ਸੋਨੀਆ ਵਿਰਕ, ਜਿਹੜੇ ਕਿ ਇੱਕ ਨਾਮਵਰ ਵਕੀਲ ਨੇ। ਆਓ ਇਹਨਾਂ ਕੋਲ ਹੋਰ ਜਾਣਕਾਰੀ ਲੈਣੇ ਕਿ ਕਿਹੜੀਆਂ ਚੀਜ਼ਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ, ਖਾਸ ਤੌਰ ਉੱਤੇ ਜਦੋਂ ਅਸੀਂ ਕੋਈ ਵਸੀਅਤ ਬਣਾਉਣੀ ਹੈ। ਪਹਿਲੀ ਗੱਲ ਤਾਂ ਇਹ ਵੀ ਆਮ ਤੌਰ ਤੇ ਵੇਖੀ ਜਾਂਦੀ ਕਿ ਆਪਣੇ ਭਾਈਚਾਰੇ ਵਿੱਚ ਬਹੁਤ ਸਾਰੇ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ, ਪਰ ਜੇਕਰ ਤੁਸੀਂ ਵਿਲ ਬਣਾਉਣੀ ਹੈ ਤਾਂ ਉਸ ਵਿੱਚ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਆਓ ਹੋਰ ਜਾਣਕਾਰੀ ਲੈਣੇ ਜੀ। ਸੋ ਜਦੋਂ ਵਿਲ ਬਣਾਉਣੀ ਹੈ ਉਹਦੇ ਵਿੱਚ ਕੀ ਕੁਝ ਪਾਇਆ ਜਾ ਸਕਦਾ ਹੈ, ਤੇ ਖਾਸ ਤੌਰ ਉੱਤੇ ਕੈਨੇਡਾ ਵਿੱਚ ਤੁਸੀਂ ਬੈਠੇ ਹੋ, ਇੱਥੇ ਕੀ ਵਿਲ ਕੁਝ ਜੋ ਕੁਝ ਲਿਖ ਰਹੇ ਹੋ ਕੀ ਉਹ ਇਨਫੋਰਸੇਬਲ ਹਰ ਥਾਂ ਤੇ ਹੁੰਦੀ ਹੈ, ਸਿਰਫ ਕਿਸੇ ਪ੍ਰਾਂਤ ਪਾਰਟਿਕੂਲਰ ਏਰੀਆ ਨੂੰ ਹੀ ਕਨਫਾਈਨਡ ਹੁੰਦੀ ਹੈ? ਜਿਹੜੀ ਕੈਨੇਡੀਅਨ ਵਿਲ ਆ ਉਹ ਹਰੇਕ ਥਾਂ ਤੇ ਇਨਫੋਰਸੇਬਲ ਹੋਊਗੀ, ਕਿਉਂਕਿ ਆਲਮੋਸਟ ਹਰੇਕ ਪ੍ਰੋਵਿੰਸ ਦੀ ਸੇਮ ਕ੍ਰਾਈਟੇਰੀਆ ਹੈਗਾ ਆ। ਸੋ ਉਹਨੂੰ ਇਫੈਕਟਿਵ ਹੋਣ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜਿਹੜਾ ਤੁਸੀਂ ਵਿਲ 'ਚ ਪਾਉਣਾ ਆ, ਤੁਸੀਂ ਚੂਜ਼ ਕਰਨਾ ਤੁਹਾਡੇ ਐਗਜ਼ੈਕਟਰਸ ਕੌਣ ਹੋਣੇ, ਜਿਹਨਾਂ ਨੂੰ ਤੁਸੀਂ ਟਰਸਟੀ ਵੀ ਕਹਿੰਦੇ ਆ, ਕਿ ਉਹਨਾਂ ਨੇ ਤੁਸੀਂ ਆਪਣੇ ਸਪਾਊਸ ਨੂੰ ਬਣਾ ਸਕਦੇ ਆ ਜਾਂ ਫੈਮਿਲੀ ਮੈਂਬਰਸ ਨੂੰ ਬਣਾ ਸਕਦੇ ਆ, ਕਿ ਜਿਨ੍ਹਾਂ ਨੇ ਤੁਹਾਡੇ ਸਾਰੇ ਐਸੈਟਸ ਕਲੈਕਟ ਕਰਕੇ, ਤੁਹਾਡੇ ਡੈਟਸ ਪੇ ਕਰਕੇ, ਫਿਰ ਤੁਹਾਡੀ ਪ੍ਰਾਪਰਟੀ ਤੁਹਾਡੇ ਜਿਹੜੇ ਬੈਨੀਫਿਸ਼ਰੀਜ਼ ਆ ਉਹਨਾਂ ਨੂੰ ਵੰਡਣੀ ਹੈਗੀ ਆ। ਉਹੀ ਜਿਹੜੇ ਟਰਸਟੀ ਹੈਗੇ ਆ ਉਹ ਤੁਹਾਡੇ ਬੱਚਿਆਂ ਦੇ ਟਰਸਟੀ ਹੋ ਜਾਂਦੇ ਕਈ ਵਾਰੀ, ਜਦ ਤੱਕ ਉਹ ਸਰਟਨ ਏਜ ਤੱਕ ਨਹੀਂ ਪਹੁੰਚਦੇ। ਸੋ ਉਹ ਤੁਸੀਂ ਕੇਅਰਫੁਲੀ ਚੂਜ਼ ਕਰਨੇ ਆ। ਉਹ ਅਸੀਂ ਨਾਰਮਲੀ ਰეკਮੈਂਡ ਕਰੀਦਾ ਕਿ ਤੁਸੀਂ ਪਹਿਲੋਂ ਨੰਬਰ 1 ਚੂਜ਼ ਕਰੋ, ਨੰਬਰ 2, ਨੰਬਰ 3, ਕਿ ਜਸਟ ਇਨ ਕੇਸ ਪਹਿਲਾ ਨਾ ਅਵੇਲੇਬਲ ਹੋਵੇ, ਕਿਸੇ ਦੀ ਤੁਹਾਡੇ ਤੋਂ ਪਹਿਲਾਂ ਮੌਤ ਹੋ ਜਾਵੇ। ਸੋ ਉਹ ਸਾਰਾ ਸਿਨੈਰੀਓਜ਼ ਕਵਰ ਕਰਨ ਨੂੰ। ਦੂਸਰਾ ਜਿਹੜਾ ਮੇਨ ਹੈਗਾ ਆ ਬੈਨੀਫਿਸ਼ਰੀਜ਼ ਦਾ ਹੈਗਾ ਆ। ਜੇ ਤਾਂ ਯੰਗ ਕਪਲਸ ਹੈਗੇ ਆ, ਮੋਸਟਲੀ ਅਸੀਂ ਰეკਮੈਂਡ ਕਰੀਏਗਾ ਤੁਸੀਂ ਪ੍ਰਾਪਰਟੀ ਲਿਸਟ ਨਾ ਕਰੋ ਕਿ ਆਹ ਘਰ ਇਹਨੂੰ ਜਾਂ ਆਹ ਕਾਰ ਇਹਨੂੰ, ਤੁਸੀਂ ਕੱਲ੍ਹ ਨੂੰ ਖਰੀਦੋਗੇ, ਵੇਚੋਗੇ, ਐਵਰੀ ਟਾਈਮ ਤੁਸੀਂ ਆ ਕੇ ਨਵੀਂ ਵਿਲ ਲਿਖੋਗੇ। ਨਹੀਂ ਤਾਂ ਰੈਜ਼ੀਡਿਊ ਅਸੀਂ ਕਹੀਦਾ ਕਿ ਤੁਸੀਂ ਕਹੋ ਕਿ ਮੇਰਾ ਜਿਹੜਾ ਵੀ ਮੇਰੀ ਡੈਥ 'ਤੇ ਜੋ ਵੀ ਪ੍ਰਾਪਰਟੀ ਹੋਈ ਤਾਂ ਮੇਰੇ ਫੈਮਿਲੀ 'ਚ ਵੰਡੀ ਜਾਵੇ, ਇਹਨਾਂ ਨੂੰ ਦਿੱਤੀ ਜਾਵੇ। ਬੱਚਿਆਂ ਦਾ ਸਪੈਸ਼ਲੀ ਤੁਸੀਂ ਡਿਸਾਈਡ ਕਰਨਾ ਹੁੰਦਾ ਕਿ ਕਿਹੜੀ ਏਜ 'ਤੇ ਦੇਣੀ ਹੈ। 19 ਏਜ ਹੈਗੀ ਹੈ ਜਿੱਥੇ ਉਹ ਲੈ ਸਕਦੇ ਆ, ਹੋਲਡ ਕਰ ਸਕਦੇ ਆ ਪ੍ਰਾਪਰਟੀ, ਪਰ 19 ਇਜ਼ ਟੂ ਯੰਗ, ਰਾਈਟ। ਸੋ ਤੁਸੀਂ ਉਹਨੂੰ ਡਿਲੇ ਕਰ ਸਕਦੇ ਹੋ ਕਿ 25 ਤੇ ਦੇਣੀ ਆ, ਤੁਸੀਂ ਉਹਨੂੰ ਸਪਲਿਟ ਵੀ ਕਰ ਸਕਦੇ, 25 ਤੇ ਇੰਨੇ %, 30 ਤੇ ਇੰਨੇ %। ਪੀਪਲ ਗੋ ਕੁਆਇਟ ਫਾਰ ਟੂ।
ਸੋ ਉਹ ਸਾਰੀਆਂ ਫੈਕਟਰਸ ਤੁਸੀਂ ਬਿੱਲ ਵਿੱਚ ਲਿਖ ਸਕਦੇ ਹੋ, ਔਰ ਉਸ ਤੋਂ ਬਾਅਦ ਇਹ ਵੀ ਲਿਖ ਸਕਦੇ ਹੋ ਕਿ ਜੇ ਤੁਹਾਡਾ ਬੱਚਾ ਨਹੀਂ ਸਰਵਾਈਵ ਕਰਦਾ ਫਿਰ ਕਿਹਨੂੰ ਜਾਣੀ ਹੈ, ਤੁਹਾਡੇ ਗ੍ਰੈਂਡ ਚਿਲਡਰਨ ਨੂੰ ਜਾਣੀ ਆ ਜਾਂ ਕਿੱਦਾਂ ਵੀ। ਅਗਲਾ ਮੇਨ ਇੰਪੋਰਟੈਂਟ ਚੀਜ਼ ਤੁਸੀਂ ਲਿਖ ਸਕਦੇ ਹੋ ਕਿ ਗਾਰਡੀਅਨਸ ਕੌਣ ਹੋ ਸਕਦੇ ਆ ਬੱਚਿਆਂ ਦੇ, ਤੁਹਾਡੇ ਮਾਈਨਰ ਬੱਚਿਆਂ ਦੇ। ਸੋ ਉਹ ਤੁਸੀਂ ਆਪਣੇ ਵਿਸ਼ੇਸ ਐਕਸਪ੍ਰੈਸ ਕਰ ਸਕਦੇ ਹੋ ਬਿੱਲ 'ਚ, ਕੋਰਟਸ ਉਹਨਾਂ ਨੂੰ ਦੇਖਦੀਆਂ ਮੰਨਦੀਆਂ ਵੀ ਹੈ। ਅੰਡਰ ਦ ਲਾਅ ਕੀ ਜ਼ਰੂਰੀ ਹੈਗਾ ਕਿ ਫੋਰ ਐਗਜ਼ਾਮਪਲ ਲੈਟਸ ਟੇਕ ਐਨ ਐਗਜ਼ਾਮਪਲ, ਇੱਕ ਬੰਦੇ ਦੇ 2 ਬੱਚੇ ਹੈਗੇ ਨੇ, ਕਿ ਇਟ ਹੈਜ਼ ਟੂ ਬੀ ਡਿਸਟ੍ਰੀਬਿਊਟਡ ਇਕੁਅਲੀ, ਜਾਂ ਤੁਹਾਡੀ ਮਰਜ਼ੀ ਦੇ ਅਨੁਸਾਰ ਤੁਸੀਂ ਦੇ ਸਕਦੇ ਹੋ? ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਦੇ ਸਕਦੇ ਹੋ, ਜ਼ਰੂਰੀ ਨਹੀਂ ਹੈ ਕਿ ਬਰਾਬਰ ਹੋਵੇ। ਸੋ 60-40 ਸਪੋਜ਼ ਕਿਸੇ ਨੂੰ ਦਿੱਤਾ, ਬਟ ਕੈਨ ਦੈਟ ਬੀ ਅਗੇਨ ਚੈਲੰਜਡ ਆਲਸੋ ਆਫਟਰ? ਚੈਲੰਜ ਕਰਨ ਨੂੰ ਤਾਂ ਕੋਈ ਕੁਝ ਵੀ ਚੈਲੰਜ ਕਰ ਸਕਦਾ, ਬਟ ਇਫ ਕੋਰਟ ਡੀਮਸ ਇਟ ਫੇਅਰ, ਰਾਈਟ, ਇਟ ਵੁੱਡ ਬੀ ਅਪਹੈਲਡ। ਪਰ ਜੇ ਕੋਰਟ ਕਹਿੰਦੀ ਹੈ ਕਿ ਹੁਣ ਤੁਸੀਂ ਕੋਈ ਕਿਸੇ ਬੱਚੇ ਨੂੰ ਤੁਸੀਂ ਸਾਰੀ ਉਮਰ ਗੱਲ ਨਹੀਂ ਕੀਤੀ, ਤੁਸੀਂ ਉਹਨੂੰ ਨਹੀਂ ਵੀ ਦੇ ਕੇ ਜਾਂਦੇ, ਕੇਸਿਸ ਹੈਗੇ ਜਿੱਥੇ ਉਹਨਾਂ ਨੂੰ ਵੀ ਕੋਰਟ ਨੇ ਕਿਹਾ ਕਿ ਨਹੀਂ ਫੇਅਰ ਨਹੀਂ ਹੈ, ਤੁਸੀਂ ਉਹਨਾਂ ਬੱਚੇ ਨੂੰ ਨਹੀਂ ਦਿੱਤਾ ਹੈਗਾ। ਸੋ ਦੈਟ ਫੇਅਰਨੈਸ ਐਲੀਮੈਂਟ ਫਿਰ ਵੀ ਲਾਗੂ ਹੁੰਦਾ ਹੈ। ਹਾਂਜੀ, ਓਕੇ। ਤੇ ਕੀ ਰਜਿਸਟਰ ਕਰਵਾਉਣੀ ਚਾਹੀਦੀ ਜੀ ਫਿਰ? ਸੋ ਜਿਹੜਾ ਆਪਣਾ ਕਨਸੈਪਟ ਇੰਡੀਆ 'ਚ ਸਾਰਿਆਂ ਦੇ ਮਾਈਂਡ 'ਚ ਹੈਗਾ, ਕਿ ਮੇਰੇ ਕਲਾਇੰਟਸ ਕਾਫੀ ਵਾਰੀ ਪੁੱਛਦੇ ਆ, ਜਿਹੜੀ ਰਜਿਸਟ੍ਰੇਸ਼ਨ ਦਾ ਕਨਸੈਪਟ ਉੱਥੇ ਆ ਉਹ ਇੱਥੇ ਨਹੀਂ ਹੈਗਾ। ਇੱਥੇ ਵਿਲ ਰਜਿਸਟਰ ਨਹੀਂ ਹੁੰਦੀ। ਓਕੇ, ਦੇयर इज नो ਪੋਸਿਬਿਲਿਟੀ ਹੈ ਹੀ ਨਹੀਂ ਰਜਿਸਟਰ ਕਰਨ ਦੀ ਇੱਥੇ। ਇੱਥੇ ਸਿਰਫ ਤੁਸੀਂ ਨੋਟਿਸ ਫਾਈਲ ਕਰ ਸਕਦੇ ਆ ਵਾਈਟਲ ਸਟੈਟਿਸਟਿਕਸ ਦੇ ਆਫਿਸ ਦੇ ਨਾਲ ਕਿ ਅਸੀਂ ਵਿਲ ਸਾਈਨ ਕੀਤੀ ਹੈ, ਇਸ ਦਿਨ ਸਾਈਨ ਕੀਤੀ ਔਰ ਇੱਥੇ ਪਈ ਹੈ, ਰਾਈਟ। ਉਹਨਾਂ ਕੋਲ ਵਿਲ ਦੀ ਕਾਪੀ ਨਹੀਂ ਹੋਣੀ। ਸੋ ਜਿਹੜੀ ਇੰਡੀਆ ਦਾ ਆਪਣਾ ਕਨਸੈਪਟ ਹੈਗਾ ਰਜਿਸਟ੍ਰੇਸ਼ਨ ਦਾ, ਉਹ ਇੱਥੇ ਹੈ ਨਹੀਂਗਾ। ਓਕੇ, ਅੱਛਾ, ਇੱਕ ਸੁਣਨੇ ਹੁੰਦੇ ਆ ਲਿਵਿੰਗ ਵਿਲ, ਇੱਕ ਲਾਸਟ ਵਿਲ, ਇਹ ਕੀ ਫਰਕ ਹੁੰਦਾ ਜੀ? ਲਾਸਟ ਵਿਲ ਜਿਹੜੀ ਤੁਹਾਡੀ ਅਖੀਰਲੀ ਵਿਲ, ਸੋ ਜਿਹੜੀ ਅਸੀਂ ਵਿਲ ਲਿਖਦੇ ਹਾਂ ਅਸੀਂ ਕਹਿੰਦੇ ਸਾਡੀ ਲਾਸਟ ਵਿਲ ਹੈ। ਹੁਣ ਤੁਸੀਂ ਕੱਲ ਨੂੰ ਨਵੀਂ ਵਿਲ ਕਰ ਲਓ, ਉਹ ਤੁਹਾਡੀ ਲਾਸਟ ਵਿਲ ਹੋਗੀ। ਲਿਵਿੰਗ ਵਿਲ ਹੈਗੀ ਆ ਕਿ ਤੁਹਾਡੇ ਜਿਹੜੀਆਂ ਵਿਸ਼ੇਸ ਹੈਗੀਆਂ ਕਿ ਤੁਸੀਂ ਲਾਈਫ ਸਪੋਰਟ ਤੇ ਰਹਿਣਾ ਚਾਹੁੰਦੇ ਕਿ ਨਹੀਂ ਰਹਿਣਾ ਚਾਹੁੰਦੇ, ਉਹਨੂੰ ਲਿਵਿੰਗ ਵਿਲ ਕਹਿੰਦਾ ਹੈ। ਅੱਛਾ ਜੀ, ਜਿਹੜੀ ਇੱਥੇ ਬਣਾਈ ਗਈ ਵਿਲ ਹੈਗੀ ਹੈ, ਕੀ ਉਹ ਇਨਫੋਰਸੇਬਲ ਇੰਡੀਆ ਵਿੱਚ ਵੀ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਹੈਗੀ ਹੈ, ਪਰ ਉਹਦੇ ਕੀ ਕੋਈ ਰੈਮੀਫਿਕੇਸ਼ਨਸ, ਉਹਦੇ ਕੋਈ ਵੱਖਰੇ ਤਰੀਕੇ ਨਾਲ? ਇੱਕ ਇੰਡੀਆ 'ਚ ਸਪੋਜ਼ ਕਿਸੇ ਨੇ ਵਿਲ ਲਿਖੀ ਹੈ, ਉਹ ਮਾਈਗ੍ਰੇਟ ਕਰਕੇ ਕੈਨੇਡਾ ਆ ਗਏ, ਇੱਥੇ ਉਹਨਾਂ ਨੇ ਵਿਲ ਲਿਖੀ, ਸੋ ਕਿਹੜੀ ਜਿਹੜੀ ਹੈਗੀ ਉਹ ਇਨਫੋਰਸੇਬਲ ਹੋਏਗੀ? ਸੋ ਅਸੀਂ ਕਹੀਦਾ ਹੈ ਕਲਾਇੰਟਸ ਨੂੰ ਤੁਸੀਂ ਕੇਅਰਫੁਲ ਰਹੋ, ਕਿਉਂਕਿ ਮੈਜੋਰਿਟੀ ਜਿਹੜੇ ਸਾਡੇ ਸਾਊਥ ਏਸ਼ੀਅਨ ਕਲਾਇੰਟਸ ਆ, ਦੋਨੋਂ ਜਗ੍ਹਾ ਤੇ ਪ੍ਰਾਪਰਟੀਜ਼ ਹੈਗੀਆਂ ਆ, ਉਹ ਇੰਡੀਆ ਵਿਲ ਕਰੇ ਆਉਂਦੇ ਫਿਰ ਇੱਥੇ ਕਰ ਲੈਂਦੇ ਆ। ਜੇ ਉਹਨਾਂ ਨੇ ਇੰਡੀਆ ਕੀਤੀ ਹੋਈ ਆ, ਮੇਕ ਸ਼ੋਰ ਕਰੋ ਕਿ ਤੁਸੀਂ ਇੱਥੇ ਵਾਲੀ ਵਿਲ 'ਚ ਆਪਣੀ ਇੰਡੀਆ ਵਾਲੀ ਵਿਲ ਰਿਵੋਕ ਨਾ ਕਰ ਦਿਓ, ਕਿਉਂਕਿ ਅਸੀਂ ਜਦੋਂ ਪਹਿਲੀ ਲਾਈਨ ਲਿਖੀ ਦੀ ਹੈ ਵਿਲ 'ਚ, ਅਸੀਂ ਲਿਖੀ ਦੀ ਹੈ ਕਿ ਮੈਂ ਆਪਣੀ ਸਾਰੀਆਂ ਪੁਰਾਣੀਆਂ ਵਿਲਸ ਰਿਵੋਕ ਕਰਦਾ। ਠੀਕ ਹੈ ਜੀ, ਰਾਈਟ। ਸੋ ਉਹ ਐਕਸੀਡੈਂਟਲੀ ਉਹ ਨਾ ਕਰ ਦਿਓ ਤੁਸੀਂ। ਸੋ ਦੂਸਰੀ ਗੱਲ ਤੁਸੀਂ ਇਹ ਬਣਾ ਸਕਦੇ ਹੋ ਕਿ ਆਹ ਵਿਲ ਮੇਰੀ ਸਿਰਫ ਕੈਨੇਡੀਅਨ ਪ੍ਰਾਪਰਟੀ ਲਈ ਹੈ, ਸੋ ਯੂ ਕੁਡ ਸੈਗਰੀਗੇਟ, ਉਹਨੂੰ ਕਰ ਸਕਦੇ ਹੋ। ਤੀਸਰੀ ਗੱਲ ਕਲਾਇੰਟਸ ਕਹਿੰਦੇ ਕਿ ਇੱਥੇ ਵਿਲ ਬਣਾ ਦਈਏ, ਇੰਡੀਆ 'ਚ ਚੱਲੂਗੀ। ਕੋਈ ਇੰਡੀਆ ਦਾ ਲਾਅ ਤੁਹਾਨੂੰ ਪਤਾ ਹੈ ਕਿੰਨਾ ਕਲੀਅਰ ਨਹੀਂ ਹੈਗਾ, ਰਾਈਟ। ਉੱਥੇ ਰਜਿਸਟ੍ਰੇਸ਼ਨ ਦੀਆਂ ਰਿਕੁਆਇਰਮੈਂਟਸ ਹੈਗੀਆਂ, ਜੱਦੀ ਜਾਇਦਾਦ ਤੇ ਹੋਰ ਲਾਅਸ ਹੈਗੇ ਆ। ਸੋ ਅਸੀਂ ਰეკਮੈਂਡ ਕਰੀਦਾ ਜਦੋਂ ਤੁਸੀਂ ਇੰਡੀਆ ਜਾਓ, ਉੱਥੇ ਵਿਲ ਬਣਾ ਕੇ ਉੱਥੇ ਰਜਿਸਟਰ ਕਰਕੇ ਆਓ। ਜਿਹੜੇ ਵਿਲ ਸਾਈਨਿੰਗ ਦੇ ਰੂਲਸ ਹੈਗੇ ਆ ਇੰਡੀਆ 'ਚ ਸਿਮਿਲਰ ਹੈ, ਕਿ ਮੇਰੇ ਤੋਂ ਉੱਥੇ ਦੇ ਵਿੱਚ ਡਿਗਰੀ ਹੈਗੀ ਆ। ਸੋ ਇੰਡੀਆ ਔਰ ਕੈਨੇਡੀਅਨ ਵਿਲ ਸਾਈਨਿੰਗ ਸਿਮਿਲਰ ਰੂਲਸ ਹੈਗੇ ਆ, ਸੋ ਮੋਸਟ ਲਾਈਕਲੀ ਇਫੈਕਟਿਵ ਹੋਊਗੀ। ਪਰ ਉਹਨਾਂ ਦੇ ਜਿਹੜੇ ਹੋਰ ਰੂਲਸ ਹੈਗੇ ਆ ਉਹਦਾ ਨਹੀਂ ਮੈਨੂੰ ਪਤਾ। ਔਰ ਦੂਸਰੀ, ਯੂ ਡੋਂਟ ਵਾਂਟ ਟੂ ਰਿਸਕ ਕਿ ਉਹ ਗਵਾਹ ਨੂੰ ਇੰਡੀਆ ਬੁਲਾਉਣ, ਫਿਰ ਤੁਸੀਂ ਸਾਡਾ ਟ੍ਰਿਪ ਪੇ ਕਰੋਗੇ ਇੰਡੀਆ ਜਾਣ ਦਾ। ਜੀ, ਅੱਛਾ, ਉਸ ਦੇ ਨਾਲ ਪਾਵਰ ਆਫ ਅਟਾਰਨੀ ਜਿਹੜੀਆਂ ਹੈਗੀਆਂ ਨੇ ਉਹ ਵੀ ਦਿੱਤੀਆਂ ਜਾਂਦੀਆਂ ਨੇ, ਆਮ ਤੌਰ ਤੇ ਸਾਡੇ ਭਾਈਚਾਰੇ 'ਚ ਕਾਫੀ ਇਹ ਚੱਲਦਾ ਹੈ, ਉਹਦਾ ਕੀ ਫਾਇਦਾ ਜਾਂ ਨੁਕਸਾਨ ਹੈਗਾ? ਪਾਵਰ ਆਫ ਅਟਾਰਨੀ ਮੈਂ ਹਮੇਸ਼ਾ ਆਪਣੇ ਕਲਾਇੰਟਸ ਨੂੰ ਕਹਿੰਦੀ ਬਹੁਤ ਪਾਵਰਫੁਲ ਡਾਕੂਮੈਂਟ ਹੁੰਦਾ ਆ, ਕਿ ਜਿਹਨੂੰ ਆਪਾਂ ਮੁਖਤਾਰਨਾਮਾ ਕਹਿੰਦਾ ਆ। ਉਹ ਤੁਸੀਂ ਕੇਅਰਫੁਲੀ ਚੂਜ਼ ਕਰਨਾ ਆ। ਜ਼ਿਆਦਾਤਰ ਕਾਫੀ ਸਪਾਊਸਸ ਇੱਕ ਦੂਜੇ ਨੂੰ ਦੇ ਦਿੰਦੇ ਆ। ਜੇ ਇਹ ਸਮੇਂ ਤੇ ਯੂਜ਼ ਕੀਤੀ ਜਾਵੇ ਤੁਹਾਨੂੰ ਬਹੁਤ ਸਾਰੀ ਕਾਸਟ ਬਚਾਊਗੀ। ਸਪੋਜ਼ ਕੋਈ ਵੈਜੀਟੇਟਿਵ ਸਟੇਟ 'ਚ ਹੈਗਾ, ਉਹਨਾਂ ਦੀ ਡੈਥ ਨਹੀਂ ਹੋਈ, ਉਹਨਾਂ ਦੀ ਪ੍ਰੋਪਰਟੀ ਟ੍ਰਾਂਸਫਰ ਕਰਨੀ ਹੈ, ਕੁਛ ਵੀ ਹੈ, ਤਾਂ ਤੁਹਾਨੂੰ ਜੇ ਪਾਵਰ ਆਫ ਅਟਾਰਨੀ ਨਹੀਂ ਹੈਗੀ ਤਾਂ ਤੁਹਾਨੂੰ ਕੋਰਟ 'ਚ ਜਾ ਕੇ ਕਮੇਟੀ ਅਪਾਇੰਟ ਕਰਨੀ ਪੈਂਦੀ ਆ। 5-6 ਹਜ਼ਾਰ ਦਾ ਖਰਚਾ ਹੈ ਤੁਹਾਡਾ ਥਰੂ ਲੀਗਲ ਫੀਸ ਐਂਡ ਆਲ। ਜੇ ਤੁਹਾਡੇ ਕੋਲ ਪਾਵਰ ਆਫ ਅਟਾਰਨੀ ਹੈ, ਤੁਸੀਂ ਉੱਤੇ 150-200 ਲਾਇਆ ਹੋਇਆ ਆ, ਦੈਟ ਵੁੱਡ ਬੀ ਦ ਬੈਸਟ ਸਪੈਂਟ ਮਨੀ। ਪਰ ਜੇ ਉਹ ਮਿਸਯੂਜ਼ ਹੁੰਦੀ ਆ, ਰਾਈਟ, ਸੋ ਉਹ ਰਿਸਕ ਹੈਗਾ ਕਿ ਕਿਹਨੂੰ ਤੁਸੀਂ ਦਿੱਤੀ ਆ, ਕਿੱਦਾਂ ਦਿੱਤੀ ਆ, ਤੁਸੀਂ ਜੁਆਇੰਟ ਦਿੱਤੀ ਆ ਜਾਂ ਇੰਡੀਵਿਜੂਅਲੀ ਦਿੱਤੀ ਆ, ਕਿਹਦੇ ਹੱਥ 'ਚ ਫੜਾਈ ਆ। ਸੋ ਉਹ ਬਹੁਤ ਪਾਵਰਫੁਲ ਡਾਕੂਮੈਂਟਸ ਹੈ, ਸੋ ਯੂ ਹੈਵ ਟੂ ਬੀ ਕੇਅਰਫੁਲ। ਓਕੇ, ਇੱਕ ਤਾਂ ਜਨਰਲ ਹੁੰਦੀ ਜੀ, ਇਹਦੇ ਬਾਰੇ ਵੀ ਕਿਸੇ ਦਿਨ ਕਰਾਂਗੇ ਗੱਲਬਾਤ। ਪਾਵਰ ਆਫ ਅਟਾਰਨੀ ਇੱਕ ਜਨਰਲ ਪਾਵਰ ਆਫ ਅਟਾਰਨੀ, ਇੱਕ ਸਪੈਸੀਫਿਕ ਹੁੰਦੀ ਹੈ। ਅੱਛਾ, 2014 ਵਿੱਚ ਜੀ ਇੱਕ ਨਵਾਂ ਕਾਨੂੰਨ ਆ ਰਿਹਾ ਹੈਗਾ, ਉਹਦੇ ਬਾਰੇ ਥੋੜਾ ਦੱਸੋ ਕਿ ਉਹਦੇ ਨਾਲ ਕੀ, ਜਿਹੜੀ ਅਸੀਂ ਜੋ ਗੱਲਬਾਤ ਕੀਤੀ ਉਹਦੇ 'ਚ ਕੁਝ ਚੇਂਜਸ ਆਉਣਗੇ? ਥੋੜੇ ਚੇਂਜਸ ਆ ਰਹੇ ਆ। ਸੋ ਵੈਸਾ ਕਹਿੰਦੇ ਆ ਉਹਨੂੰ ਸ਼ਾਰਟ ਫਾਰਮ 'ਚ। ਉਹਦੇ ਵਿੱਚ ਕਾਫੀ ਸਾਰੇ ਜਿਹੜੇ ਡਿਫਰੈਂਟ ਲੈਜਿਸਲੇਸ਼ਨਸ ਆ ਉਹਨਾਂ ਨੂੰ ਕੰਬਾਈਨ ਕੀਤਾ ਜਾ ਰਿਹਾ ਆ। ਥੋੜੇ ਚੇਂਜਸ ਵੀ ਹੋ ਰਹੇ ਆ, ਜਿੱਦਾਂ ਕਿ ਡੈਥ ਤੋਂ ਬਾਅਦ ਜੇ ਵਿਲ ਨਹੀਂ ਹੈਗੀ ਤਾਂ ਕਿੱਦਾਂ ਪ੍ਰਾਪਰਟੀ ਵੰਡਣੀ ਹੈ। ਸੋ ਸਪਾਊਸ ਦਾ ਰਾਈਟ ਜ਼ਿਆਦਾ ਹੋ ਰਿਹਾ, ਪਹਿਲੇ 3 ਲੱਖ ਤੇ ਉਹਨਾਂ ਦਾ ਸਪਾਊਸ ਹੋ ਰਿਹਾ ਰਾਈਟ ਹੋ ਰਿਹਾ ਐਜ਼ ਅਪੋਜ਼ ਟੂ ਫਸਟ 65 ਤੇ। ਸੋ ਉਹ ਡਿਵੀਜ਼ਨ ਦੀ ਆ ਰਹੀ ਹੈ। ਦੂਸਰੀ ਸਭ ਤੋਂ ਮੇਜਰ ਆ ਰਹੀ ਹੈ ਕਿ ਇਸ ਟਾਈਮ ਹੈਗੀ ਹੈ ਕਿ ਜੇ ਪ੍ਰੋਪਰਲੀ ਸਾਈਨਡ ਓਰੀਜਨਲ ਵਿਲ ਨਹੀਂ ਹੈਗੀ,
ਲੱਭਦੀ ਨਹੀਂ ਹੈ ਮਤਲਬ ਵਿਲ ਨਹੀਂ ਹੈਗੀ। Okay. ਸੋ ਹੁਣ ਜਿਹੜਾ ਨਵਾਂ ਆ ਉਹ ਕੋਰਟਸ ਨੂੰ ਪਾਵਰਸ ਆ ਜਾਣੀਆਂ ਕਿ ਉਹ ਲਾਇਰਸ ਦੇ ਨੋਟਸ ਦੇਖ ਸਕਦੇ ਆ, ਕਾਪੀਜ਼ ਵੀ ਦੇਖ ਸਕਦੇ ਆ, ਐਰਰਸ ਵੀ ਕਰੈਕਟ ਕਰ ਸਕਦੇ ਆ, ਥੋੜੀਆਂ ਪਾਵਰਸ ਆ ਰਹੀਆਂ ਆ। ਸੋ ਮੇਬੀ ਵਿਲ ਡੂ ਅਨਦਰ ਸ਼ੋ ਐਂਡ Absolutely, that's going to be in March probably 2014 ਦੇ ਵਿੱਚ। ਮਾਰਚ 31st 2014 ਅਖੀਰ ਵਿੱਚ ਆਪਣੇ ਕਸਟਮਰਸ ਨਾਲ ਜਿਹੜੇ ਕਲਾਇੰਟਸ ਨੇ ਤੁਹਾਡੇ, ਉਹਨਾਂ ਨਾਲ ਜਿਹੜੀ ਤੁਹਾਡੀ ਡੀਲਿੰਗ ਹੁੰਦੀ ਹੈ ਉਹਦੇ ਵਿੱਚ ਤੁਸੀਂ ਕੀ, ਜੇਕਰ ਕੋਈ ਵਨ ਪੀਸ ਆਫ ਐਡਵਾਈਸ ਦੇਣੀ ਹੋਏ ਐਜ਼ ਅ ਲਾਇਰ ਆਪਣੇ ਜਿਹੜੇ ਸਾਡੇ ਸਾਊਥ ਏਸ਼ੀਅਨ ਵਿਊਜ਼ ਨੇ, ਕੀ ਕਹਿਣਾ ਚਾਹੋਗੇ ਅਖੀਰ ਵਿੱਚ? ਪਹਿਲਾਂ ਮੈਂ ਇਹ ਕਹਿਣਾ ਚਾਹੂੰਗੀ ਜਦੋਂ ਤੁਸੀਂ ਪ੍ਰਾਪਰਟੀ ਲੈਣੇ ਆ ਜੀ, ਰਾਈਟ, ਉਦੋਂ ਤੁਸੀਂ ਬਹੁਤ ਕੇਅਰਫੁਲ ਹੋਣਾ ਕਿ ਤੁਸੀਂ ਲੈ ਕਿੱਦਾਂ ਰਹੇ ਹੋ, ਰਾਈਟ, ਕਿ ਜਦੋਂ ਤੁਸੀਂ ਲੈਣੀ ਹੈਗੀ ਆ ਵਿਦ ਪਾਰਟਨਰਸ ਉਦੋਂ ਤੁਸੀਂ ਉਹਨੂੰ ਜੁਆਇੰਟ ਟੈਨੈਂਟਸ ਨਾ ਕਰ ਦਿਓ ਕਿਉਂਕਿ ਰਾਈਟ ਆਫ ਸਰਵਾਈਵਰਸ਼ਿਪ ਹੋ ਜਾਣਾ, ਤੁਹਾਡੀ ਡੈਥ ਤੋਂ ਬਾਅਦ ਉਹਨਾਂ ਨੂੰ ਮਿਲ ਜਾਣੀ ਹੈ। ਜੇ ਤੁਸੀਂ ਸਪਾਊਸ ਨਾਲ ਲੈ ਰਹੇ ਹੋ ਜਾਂ ਤੁਸੀਂ ਘਰ ਲੈ ਰਹੇ ਹੋ, ਮੇਕ ਸ਼ੋਰ ਕਰੋ ਕਿ ਤੁਹਾਡਾ ਸਪਾਊਸ ਟਾਈਟਲ ਤੇ ਹੋਵੇ ਕਿਉਂਕਿ ਕਾਫੀ ਸਿਨੈਰੀਓਜ਼ ਆਉਂਦੇ ਆ ਕਿ ਜਿਹੜੇ ਮਾਈਨਰ ਟੈਕਨੀਕਲ ਇੱਕ ਵਰਡ ਦੇ ਨਾਲ ਤੁਹਾਡੇ thousands of dollars ਸੇਵ ਹੋ ਸਕਦੇ ਆ ਲੇਟਰ ਵਿੱਚ। ਸੋ ਉਹ ਮੇਰੇ ਲਈ ਬੈਸਟ ਪੈਟ ਪੀਵ ਹੈਗੀ ਆ ਕਲਾਇੰਟਸ ਲਈ ਕਿ ਜਦੋਂ ਤੁਸੀਂ ਪ੍ਰਾਪਰਟੀਜ਼ ਲੈਣੇ ਆ, ਐਸੈਟਸ ਲੈਣੇ ਆ, ਬੈਂਕ ਅਕਾਊਂਟਸ ਖੋਲਦੇ ਆ ਕਿ ਯੂ ਹੈਵ ਟੂ ਬੀ ਕੇਅਰਫੁਲ ਕਿ ਕਿਹਦੇ ਨਾਮ ਤੇ ਲੈ ਰਹੇ ਹੋ। ਬਹੁਤ ਖੂਬ ਜੀ, ਬਹੁਤ ਸਾਰੇ ਤੁਸੀਂ ਪੁਆਇੰਟਸ ਰੇਜ਼ ਕੀਤੇ ਨੇ। ਇੱਕ ਜੁਆਇੰਟ ਟੈਨੈਂਟਸ ਦੀ ਗੱਲ ਕੀਤੀ, ਟੈਨੈਂਟਸ ਇਨ ਕਾਮਨ ਅਸੀਂ ਸੁਣਦੇ ਹਾਂ, ਇਹ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਨੇ ਲੇਮਨ ਲੈਂਗੁਏਜ ਵਾਸਤੇ, ਤਾਂ ਕਿ ਆਉਣ ਵਾਲੇ ਪ੍ਰੋਗਰਾਮਸ ਅਸੀਂ ਗੱਲਬਾਤ ਕਰਾਂਗੇ। ਥੈਂਕ ਯੂ ਫॉर योर टाइम। ਥੈਂਕ ਯੂ।